अपनी पहली उदासी ਨੂੰ ਪੂਰਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਕਰਨਾਲ ਪਹੁੰਚਦੇ ਹਨ। ਇੱਥੇ ਆ ਕੇ ਇੱਕ ਬਾਗ ਵਿੱਚ ਬੈਠ ਕੇ ਸ਼ਬਦ ਗਾਇਨ ਸ਼ੁਰੂ ਕਰ ਦਿੰਦੇ ਹਨ। ਸ਼ਬਦ ਦੀ ਸਮਾਪਤੀ ਤੋਂ ਬਾਅਦ ਲੋਕ ਉਹਨਾਂ ਨੂੰ ਦੱਸਦੇ ਹਨ ਕਿ ਇਸ ਨਗਰ ਵਿੱਚ ਸ਼ੇਖ ਸਫਰ ਅਤੇ ਉਸ ਦੇ ਮੁਰੀਦਾਂ ਦਾ ਬਹੁਤ ਹੀ ਬੋਲਬਾਲਾ ਹੈ। ਉਹਨਾਂ ਕੋਲ ਕੁਝ ਕਰਾਮਾਤੀ ਸ਼ਕਤੀਆਂ ਹਨ ਅਤੇ ਇੱਥੋਂ ਦਾ ਹਾਕਮ ਵੀ ਉਹਨਾਂ ਦਾ ਪੱਖ ਪੂਰਦਾ ਹੈ। ਕਿਰਪਾ ਕਰਕੇ ਉਹਨਾਂ ਦੀ ਮਦਦ ਕਰੋ। ਅੱਗੇ ਚੱਲ ਕੇ ਗੁਰੂ ਨਾਨਕ ਸਾਹਿਬ ਠਠਿਆਰਾਂ ਦੇ ਮਹੱਲੇ ਪਹੁੰਚਦੇ ਹਨ ਤਾਂ ਲੋਕ ਉੱਥੇ ਵੀ ਗੁਰੂ ਨਾਨਕ ਸਾਹਿਬ ਨੂੰ ਇਹ ਸ਼ਿਕਾਇਤਾਂ ਕਰਦੇ ਹਨ। ਜਦੋਂ ਲੋਕ ਸ਼ਿਕਾਇਤਾਂ ਕਰ ਰਹੇ ਹੁੰਦੇ ਹਨ ਤਾਂ ਸ਼ੇਖ ਸਫਰ ਦਾ ਇੱਕ ਮੁਰੀਦ ਮੁਬਾਰਕ ਅਲੀ ਸ਼ਾਹ ਇਹ ਸਭ ਕੁਝ ਸੁਣ ਰਿਹਾ ਹੁੰਦਾ ਹੈ। ਮੁਬਾਰਕ ਅਲੀ ਸ਼ੇਖ ਸਫਰ ਨੂੰ ਜਾ ਕੇ ਦੱਸਦਾ ਹੈ ਕਿ ਲੋਕ ਉਸ ਦੀਆਂ ਸ਼ਿਕਾਇਤਾਂ ਕਿਸੇ ਦਰਵੇਸ਼ ਕੋਲ ਕਰ ਰਹੇ ਹਨ। ਇਹ ਸੁਣ ਕੇ ਸ਼ੇਖ ਸਫਰ ਇੱਕ ਕੰਧ ਉੱਤੇ ਸਵਾਰ ਹੁੰਦਾ ਹੈ। ਕਰਨਾਲ ਪਹੁੰਚਣ ਤੋਂ ਪਹਿਲਾਂ ਪਿੰਡ ਬੁੱਢੇ ਖੇੜਾ ਕੋਲ ਜਾ ਕੇ ਉਸ ਦੀ ਕੰਧ ਰੁਕ ਜਾਂਦੀ ਹੈ। ਬਹੁਤ ਜ਼ੋਰ ਲਾਉਣ ਦੇ ਵੀ ਜਦੋਂ ਕੰਧ ਨਹੀਂ ਤੁਰਦੀ ਉਹ ਕੰਧ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉੱਪਰ ਹੀ ਜਕੜਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਹਲੀਮੀ ਵਿੱਚ ਆਉਂਦਾ ਹੈ ਤੇ ਕੰਧ ਤੋਂ ਉਤਰ ਕੇ ਨੰਗੇ ਪੈਰੀ ਗੁਰੂ ਨਾਨਕ ਸਾਹਿਬ ਕੋਲ ਪਹੁੰਚਦਾ ਹੈ। ਗੁਰੂ ਸਾਹਿਬ ਕੋਲ ਪਹੁੰਚ ਕੇ ਆਪਣੀ ਭੁੱਲ ਬਖਸ਼ਾਉਂਦਾ ਹੈ। ਗੁਰੂ ਸਾਹਿਬ ਉਸ ਨੂੰ ਉਪਦੇਸ਼ ਦਿੰਦੇ ਹਨ ਕਿ ਜੇਕਰ ਤੇਰੇ ਕੋਲ ਕਰਾਮਾਤੀ ਸ਼ਕਤੀਆਂ ਹਨ ਤਾਂ ਉਸ ਦੀ ਵਰਤੋਂ ਲੋਕਾਂ ਦੀ ਭਲਾਈ ਵਾਸਤੇ ਕਰ, ਨਾ ਕਿ ਉਹਨਾਂ ਨੂੰ ਤੰਗ ਕਰਨ ਵਾਸਤੇ। ਅੱਗੇ ਚੱਲ ਕੇ ਇਸ ਸਥਾਨ ਉੱਤੇ ਗੁਰਦੁਆਰਾ ਮੰਜੀ ਸਾਹਿਬ ਬਣਵਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਕਰਨ ਲਈ ਨਿਕਲੇ ਤਾਂ ਪਿੱਛੋਂ ਪਰਿਵਾਰ ਦਾ ਕੀ ਹੋਇਆ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਜਦੋਂ ਲਾਹੌਰ ਵਿਖੇ ਆਪਣੇ ਪਿੰਡ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਪਿੰਡ ਦੇ ਬਾਹਰ ਇੱਕ ਖੂਹ ਦੇ ਉੱਤੇ ਬੈਠ ਗਏ। ਕਿਸੇ ਨੇ ਪਛਾਣ ਕੇ ਜਦੋਂ ਘਰ ਖਬਰ ਦਿੱਤੀ ਤਾਂ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਤੇ ਚਾਚਾ ਲਾਲੂ ਜੀ ਉਸ ਖੂਹ ਉੱਤੇ ਆਪਣੇ ਪੁੱਤਰ ਨਾਨਕ ਨੂੰ ਮਿਲਣ ਲਈ ਪਹੁੰਚੇ। ਉਹ ਆਪਣੇ ਪੁੱਤਰ ਨੂੰ ਫਕੀਰੀ ਜਾਮੇ ਵਿੱਚ ਵੇਖ ਕੇ ਬਹੁਤ ਹੀ ਹੈਰਾਨ ਹੋਏ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਆਪਣੇ ਪੁੱਤਰ ਨੂੰ ਸੁਲਤਾਨਪੁਰ ਵਿੱਚ ਆਪਣੇ ਪਰਿਵਾਰ ਨਾਲ ਹੱਸਦਾ ਖੇਡਦਾ ਵੇਖਿਆ ਸੀ, ਪਰ ਅੱਜ ਨਾਨਕ ਨੂੰ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਸਭ ਖਿੱਲਰ ਪੁੱਲਰ ਗਿਆ ਹੋਵੇ। ਮਾਤਾ ਜੀ ਨੇ ਨਾਨਕ ਜੀ ਦਾ ਹੱਥ ਫੜ ਕੇ ਉਹਨਾਂ ਨੂੰ ਘਰ ਚੱਲਣ ਲਈ ਕਿਹਾ ਤਾਂ ਗੁਰੂ ਸਾਹਿਬ ਮਾਤਾ ਜੀ ਦੇ ਪਿੱਛੇ ਤੁਰ ਪਏ। ਰਸਤੇ ਜਾਂਦਿਆਂ ਮਾਤਾ ਜੀ ਨੇ ਪਰਿਵਾਰ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਦੱਸਿਆ ਕਿ ਸੁਲੱਖਣੀ ਦੇ ਮਾਤਾ ਪਿਤਾ ਆਏ ਸਨ। ਕੁਝ ਦਿਨ ਰੁਕਣ ਤੋਂ ਬਾਅਦ ਉਹ ਸੁਲੱਖਣੀ ਅਤੇ ਲਖਮੀ ਦਾਸ ਨੂੰ ਆਪਣੇ ਨਾਲ ਬਟਾਲੇ ਲੈ ਗਏ ਨੇ ਤੇ ਸ਼੍ਰੀ ਚੰਦ ਨੂੰ ਭੈਣ ਨਾਨਕੀ ਨੇ ਗੋਦ ਲੈ ਲਿਆ ਹੈ। ਮੋਦੀ ਖਾਨੇ ਵਿੱਚ ਜੋ ਵੀ ਬਚਤ ਹੋਈ ਸੀ ਉਹ ਉਹਨਾਂ ਨੇ ਸੁਲੱਖਣੀ ਨੂੰ ਖਰਚੇ ਲਈ ਦੇ ਦਿੱਤੀ ਸੀ ਤਾਂ ਜੋ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਘਟਨਾ ਜ਼ਿਕਰ ਸਾਨੂੰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਦੀ ਕਿਤਾਬ ਗੁਰੂ ਨਾਨਕ ਉਦਾਸੀਆਂ ਦਰਪਣ ਦੇ ਪੇਜ ਨੰਬਰ 68 ਤੇ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸੈਦਪੁਰ ਦੇ ਪਿੰਡ ਗੁਜਰਾਵਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਇੱਕ ਸੇਵਕ ਭਾਈ ਲਾਲੋ ਰਹਿੰਦਾ ਸੀ ਜੋ ਕਿੱਤੇ ਤੋਂ ਘੁਮਿਆਰ ਸੀ। ਗੁਰੂ ਸਾਹਿਬ ਨੇ ਉਸਦੇ ਘਰ ਰੋਕ ਕੇ ਪ੍ਰਸ਼ਾਦਾ ਪਾਣੀ ਛਕਿਆ। ਉਨੀ ਦਿਨੀ ਉੱਥੋਂ ਦੇ ਸ਼ਾਹੂਕਾਰ ਮਲਿਕ ਭਾਗੋ ਨੇ ਬ੍ਰਹਮ ਭੋਜ ਵਾਸਤੇ ਸਾਰੇ ਪਿੰਡ ਵਿੱਚ ਹੋਕਾ ਦਵਾਇਆ ਪਰ ਗੁਰੂ ਨਾਨਕ ਸਾਹਿਬ ਅਤੇ ਭਾਈ ਲਾਲੋ ਜੀ ਨਾ ਪਹੁੰਚੇ, ਜਿਸ ਨੂੰ ਮਲਿਕ ਭਾਗੋ ਨੇ ਆਪਣੀ ਬੇਇੱਜ਼ਤੀ ਸਮਝਿਆ ਅਤੇ ਨੇ ਆਪਣੇ ਬੰਦੇ ਭੇਜ ਕੇ ਗੁਰੂ ਨਾਨਕ ਦੇਵ ਜੀ ਨੂੰ ਜਬਰਨ ਉੱਥੇ ਬੁਲਾ ਲਿਆ। ਗੁਰੂ ਸਾਹਿਬ ਨੇ ਮਲਿਕ ਭਾਗੋ ਵੱਲੋਂ ਤਿਆਰ ਕੀਤਾ ਗਿਆ ਭੋਜਨ ਮੰਗਵਾਇਆ ਅਤੇ ਭਾਈ ਲਾਲੋ ਨੂੰ ਕਿਹਾ ਕਿ ਤੁਸੀਂ ਵੀ ਘਰੇ ਜੋ ਬਣਿਆ ਹੈ ਲੈ ਆਓ। ਭਾਈ ਲਾਲੋ ਘਰੋਂ ਅਲੂਣਾ ਸਾਗ ਤੇ ਕੋਦਰੇ ਦੀ ਬਣੀ ਰੋਟੀ ਲੈ ਕੇ ਹਾਜ਼ਰ ਹੋ ਗਿਆ। ਗੁਰੂ ਸਾਹਿਬ ਨੇ ਉੱਥੇ ਆਈਆਂ ਸਾਰੀਆਂ ਸੰਗਤਾਂ ਦੇ ਸਾਹਮਣੇ ਇੱਕ ਹੱਥ ਵਿੱਚ ਮਲਿਕ ਭਾਗੋ ਦੀ ਰੋਟੀ ਫੜੀ ਅਤੇ ਦੂਜੇ ਹੱਥ ਵਿੱਚ ਭਾਈ ਲਾਲੋ ਦੀ ਰੋਟੀ ਫੜ ਕੇ ਉਸ ਨੂੰ ਜ਼ੋਰ ਨਾਲ ਘੁੱਟਿਆ ਤਾਂ ਇੱਕ ਰੋਟੀ ਵਿੱਚੋਂ ਖੂਨ ਅਤੇ ਦੂਜੀ ਰੋਟੀ ਵਿੱਚੋਂ ਦੁੱਧ ਨਿਕਲਣ ਲੱਗ ਪਿਆ। ਇਹ ਦੇਖ ਕੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਗੁਰੂ ਸਾਹਿਬ ਨੇ ਮਲਿਕ ਭਾਗੋ ਨੂੰ ਦੱਸਿਆ ਕਿ ਤੇਰੀ ਰੋਟੀ ਲੋਕਾਂ ਦਾ ਹੱਕ ਮਾਰ ਕੇ ਗਰੀਬਾਂ ਦਾ ਖੂਨ ਨਿਚੋੜ ਕੇ ਤਿਆਰ ਕੀਤੀ ਗਈ ਹੈ ਤੇ ਦੂਜੇ ਪਾਸੇ ਭਾਈ ਲਾਲੋ ਦੀ ਰੋਟੀ ਦਸਾਂ ਨੌਹਾਂ ਦੀ ਕਿਰਤ ਨਾਲ ਤਿਆਰ ਹੋਈ ਹੈ। ਇਹ ਸੁਣ ਕੇ ਮਲਿਕ ਭਾਗੋ ਗੁਰੂ ਸਾਹਿਬ ਦੇ ਪੈਰਾਂ ਤੇ ਡਿੱਗ ਗਿਆ ਤੇ ਆਪਣੇ ਕੀਤੇ ਦੀ ਮਾਫੀ ਮੰਗੀ ਤੇ ਅੱਗੇ ਤੋਂ ਹੱਕ ਸੱਚ ਦੀ ਕਮਾਈ ਕਰਨ ਦਾ ਪ੍ਰਣ ਲਿਆ। ਪਹਿਲੇ ਸਿੱਖ ਸ਼ਹੀਦ ਕੌਣ ਸਨ? ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਸਮੇਂ ਜਦੋਂ ਦੂਣੀ ਚੰਦ ਕੋਲ ਰੁਕ ਕੇ ਸਤਸੰਗ ਕਰਿਆ ਕਰਦੇ ਸਨ ਤਾਂ ਉਹਨਾਂ ਦੇ ਦੀਵਾਨ ਵਿੱਚ ਇੱਕ 10 ਸਾਲ ਦਾ ਬੱਚਾ ਆਇਆ ਕਰਦਾ ਸੀ ਜਿਸ ਦਾ ਨਾਮ ਸੀ ਤਾਰੂ ਪੋਪਟ। ਉਹ ਅੰਮ੍ਰਿਤ ਵੇਲੇ ਤੋਂ ਲੈ ਕੇ ਦੀਵਾਨ ਦੀ ਸਮਾਪਤੀ ਹੁੰਦੇ ਤੱਕ ਉੱਥੇ ਬੈਠਾ ਰਹਿੰਦਾ। ਇੱਕ ਦਿਨ ਗੁਰੂ ਸਾਹਿਬ ਨੇ ਉਸ ਨੂੰ ਸਹਿਜੇ ਹੀ ਪੁੱਛ ਲਿਆ ਕਿ ਤੇਰੀ ਉਮਰ ਬਹੁਤ ਛੋਟੀ ਹੈ ਤੇ ਤੂੰ ਤੜਕੇ 3 ਵਜੇ ਦੀਵਾਨ ਵਿੱਚ ਆ ਜਾਂਦਾ ਹੈ, ਕਿ ਤੈਨੂੰ ਨੀਂਦ ਨਹੀਂ ਆਉਂਦੀ? ਤਾਂ ਬੱਚਾ ਕਹਿਣ ਲੱਗਾ ਕਿ ਜਿਸ ਨੂੰ ਮੌਤ ਦਾ ਡਰ ਪਿਆ ਹੋਵੇ ਉਸ ਨੂੰ ਨੀਂਦ ਕਿੱਥੇ ਆਉਂਦੀ ਹੈ। ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਨਾਲ ਉਸ ਬੱਚੇ ਤਾਰੂ ਪੋਪਟ ਨੂੰ ਅਕਾਲ ਪੁਰਖ ਨਾਲ ਜੋੜ ਕੇ ਮੌਤ ਦੇ ਭੈ ਤੋਂ ਰਹਿਤ ਕੀਤਾ। ਅੱਗੇ ਚੱਲ ਕੇ ਜਦੋਂ ਬਾਬਰ ਐਮਨਾਬਾਦ ਉੱਤੇ ਹਮਲਾ ਕਰਦਾ ਹੈ ਤੇ ਸਾਰੇ ਐਮਨਾਬਾਦ ਨੂੰ ਅੱਗ ਲਾ ਦਿੰਦਾ ਹੈ ਤਾਂ ਭਾਈ ਤਾਰੂ ਪੋਪਟ ਜੀ ਇੱਕ ਬਾਲਟੀ ਲੈ ਕੇ ਆਪਣੇ ਗੁਆਂਢ ਵਿੱਚ ਲੱਗੀ ਅੱਗ ਨੂੰ ਬੁਝਾ ਰਹੇ ਹੁੰਦੇ ਹਨ ਤਾਂ ਇੱਕ ਸਿਪਾਹੀ ਪੁੱਛਦਾ ਹੈ ਕਿ ਤੂੰ ਇਹ ਕੀ ਕਰ ਰਿਹਾ, ਤੇਰੀ ਇਸ ਬਾਲਟੀ ਨਾਲ ਅੱਗ ਬੁਝ ਜਾਵੇਗੀ? ਤਾਂ ਭਾਈ ਤਾਰੂ ਪੋਪਟ ਜੀ ਕਹਿਣ ਲੱਗੇ ਕਿ ਮੇਰੇ ਗੁਰੂ ਦਾ ਉਪਦੇਸ਼ ਹੈ, ਚੰਗਿਆਈ ਕਰਦੇ ਰਹੋ। ਅੰਤ ਸਿਪਾਹੀਆਂ ਨੇ ਭਾਈ ਤਾਰੂ ਪੋਪਟ ਜੀ ਨੂੰ ਚੁੱਕ ਕੇ ਉਸੇ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਭਾਈ ਤਾਰੂ ਪੋਪਟ ਜੀ ਸਿੱਖ ਕੌਮ ਦੇ ਪਹਿਲੇ ਸ਼ਹੀਦ ਬਣੇ। ਗੁਰੂ ਨਾਨਕ ਸਾਹਿਬ ਦੀ ਦੂਣੀ ਚੰਦ ਨੂੰ ਸਿੱਖਿਆ। ਪੁਰਾਤਨ ਸਮੇਂ ਵਿੱਚ ਇੱਕ ਰਿਵਾਜ ਹੋਇਆ ਕਰਦਾ ਸੀ ਕਿ ਜਿਸ ਦੇ ਕੋਲ ਜਿੰਨੀ ਵੀ ਦੌਲਤ ਹੈ ਉਸ ਦੀ ਛੱਤ ਦੇ ਉੱਪਰ ਉਨੇ ਹੀ ਝੰਡੇ ਲੱਗੇ ਕਰਦੇ ਸਨ। ਜਿਵੇਂ ਜੇਕਰ ਕਿਸੇ ਕੋਲ 1 ਲੱਖ ਰੁਪਇਆ ਹੈ ਤਾਂ 1 ਝੰਡਾ, ਜੇਕਰ ਕਿਸੇ ਕੋਲ 2 ਲੱਖ ਹੈ ਤਾਂ 2 ਝੰਡੇ। ਇਸ ਤਰ੍ਹਾਂ ਦੂਣੀ ਚੰਦ ਦੀ ਛੱਤ ਦੇ ਉੱਪਰ 7 ਝੰਡੇ ਲੱਗੇ ਸਨ। ਦੂਣੀ ਚੰਦ ਦਾ ਜਦੋਂ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੁੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਉਸ ਨੂੰ ਇੱਕ ਸੂਈ ਦਿੰਦੇ ਹਨ ਤੇ ਕਹਿੰਦੇ ਹਨ ਕਿ ਇਹ ਸੂਈ ਅਸੀਂ ਤੇਰੇ ਕੋਲ ਪਰਲੋਕ ਵਿੱਚ ਲਵਾਂਗੇ। ਦੂਣੀ ਚੰਦ ਹੰਕਾਰ 'ਚ ਆਇਆ ਹੋਇਆ ਇਹ ਸੂਈ ਲੈ ਕੇ ਘਰ ਆ ਜਾਂਦਾ ਹੈ। ਘਰ ਪਹੁੰਚ ਕੇ ਉਸ ਦੀ ਪਤਨੀ ਉਸ ਨੂੰ ਸਮਝਾਉਂਦੀ ਹੈ ਕਿ ਨਾਲ ਤਾਂ ਕੁਝ ਵੀ ਨਹੀਂ ਜਾਂਦਾ, ਫਿਰ ਤੂੰ ਇਹ ਸੂਈ ਵਾਪਸ ਕਰਨ ਦਾ ਵਾਅਦਾ ਕਿਉਂ ਕਰਕੇ ਆਇਆ ਹੈ? ਜਾ ਤੇ ਉਸ ਫਕੀਰ ਨੂੰ ਸੂਈ ਵਾਪਸ ਕਰਕੇ ਆ। ਦੂਣੀ ਚੰਦ ਵਾਪਸ ਗੁਰੂ ਨਾਨਕ ਦੇਵ ਜੀ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਨਾਲ ਕੁਝ ਵੀ ਨਹੀਂ ਜਾਂਦਾ, ਇਸ ਲਈ ਸੂਈ ਮੈਂ ਨਾਲ ਲੈ ਕੇ ਨਹੀਂ ਜਾ ਸਕਦਾ। ਤਾਂ ਗੁਰੂ ਨਾਨਕ ਸਾਹਿਬ ਇਸ ਨੂੰ ਫਿਰ ਉਪਦੇਸ਼ ਦਿੰਦੇ ਹਨ ਕਿ ਜੇਕਰ ਇੱਕ ਸੂਈ ਨਾਲ ਨਹੀਂ ਜਾ ਸਕਦੀ ਤਾਂ ਤੂੰ ਇੰਨਾ ਧਨ ਪਦਾਰਥ ਕਿਸ ਲਈ ਜੋੜ ਕੇ ਰੱਖ ਰਿਹਾ ਜਦ ਕਿ ਇਹ ਵੀ ਨਾਲ ਨਹੀਂ ਜਾਏਗਾ। ਇਸ ਲਈ ਧਨ ਨੂੰ ਗਰੀਬ ਗੁਰਬਿਆਂ ਵਾਸਤੇ ਵਰਤ ਤਾਂ ਜੋ ਤੇਰਾ ਭਲਾ ਹੋ ਸਕੇ, ਇਸ ਧਨ ਦੀ ਵਰਤੋਂ ਕਰ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੇ ਫੇਰੇ ਦੌਰਾਨ ਪਿੰਡ ਕੰਗਣਪੁਰ ਵਿਖੇ ਪਹੁੰਚੇ। ਇੱਥੇ ਪਹੁੰਚ ਕੇ ਆਪ ਇੱਕ ਰੁੱਖ ਥੱਲੇ ਬੈਠ ਕੇ ਸ਼ਬਦ ਗਾਇਨ ਕਰਨ ਲੱਗੇ ਤਾਂ ਪਿੰਡ ਵਾਲੇ ਨੇ ਇਸ ਗੱਲ ਦਾ ਗੁੱਸਾ ਕੀਤਾ। ਕਈਆਂ ਨੇ ਤਾਂ ਗੁਰੂ ਸਾਹਿਬ ਦੇ ਵੱਟੇ ਵੀ ਮਾਰੇ।
ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਸਾਹਿਬ ਤੋਂ ਉੱਠ ਕੇ ਇੱਥੋਂ ਚਲੇ ਗਏ ਅਤੇ ਜਾਣ ਲੱਗਿਆ ਵਸਦੇ ਰਹੋ ਦਾ ਹੋਕਾ ਦੇ ਕੇ ਗਏ। 1.5 ਮੀਲ ਅੱਗੇ ਚੱਲ ਕੇ ਗੁਰੂ ਨਾਨਕ ਸਾਹਿਬ ਪਿੰਡ ਮਾਣਕ ਦੇ ਕੇ ਪਹੁੰਚੇ। ਇੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕੀਤਾ, ਉਹਨਾਂ ਨੂੰ ਰਹਿਣ ਲਈ ਥਾਂ ਦਿੱਤੀ ਅਤੇ ਉਹਨਾਂ ਨੂੰ ਭੋਜਨ ਵੀ ਛਕਾਇਆ। ਗੁਰੂ ਨਾਨਕ ਸਾਹਿਬ ਉੱਥੋਂ ਜਾਣ ਲੱਗਿਆ ਉੱਜੜ ਜਾਓ ਤੇ ਬਚਨ ਕਹਿ ਕੇ ਨਿਕਲੇ। ਇਹ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਾਨੂੰ ਵੱਟੇ ਮਾਰੇ ਉਹਨਾਂ ਨੂੰ ਤੁਸੀਂ ਵਸਦੇ ਰਹੋ ਕਿਹਾ ਹੈ ਅਤੇ ਜਿਨ੍ਹਾਂ ਨੇ ਸਾਡੀ ਇੰਨੀ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਉੱਜੜ ਜਾਓ ਕਹਿ ਕੇ ਆਏ ਹੋ। ਇਹ ਸੁਣ ਕੇ ਗੁਰੂ ਸਾਹਿਬ ਕਹਿਣ ਲੱਗੇ ਕਿ ਜਿੱਥੇ ਅਸੀਂ ਪਹਿਲਾਂ ਰੁਕੇ ਸਾਂ ਉੱਥੋਂ ਦੇ ਲੋਕ ਬਹੁਤ ਬੁਰੇ ਸਨ, ਉਹ ਜਿੱਥੇ ਵੀ ਜਾਣ ਕੇ ਹਮੇਸ਼ਾ ਬੁਰਾਈ ਹੀ ਫੈਲਾਉਣਗੇ, ਇਸ ਲਈ ਉਹਨਾਂ ਦਾ ਇੱਕ ਜਗ੍ਹਾ ਟਿਕੇ ਰਹਿਣਾ ਹੀ ਠੀਕ ਹੈ। ਪਰ ਜਿੱਥੇ ਅਸੀਂ ਦੂਸਰੀ ਜਗ੍ਹਾ ਗਏ ਉਹ ਲੋਕ ਬਹੁਤ ਚੰਗੇ ਸਨ, ਉਹ ਜਿੱਥੇ ਵੀ ਜਾਣ ਕੇ ਚੰਗਿਆਈ ਫੈਲਾਉਣਗੇ, ਇਸ ਲਈ ਮੈਂ ਉਹਨਾਂ ਨੂੰ ਉੱਜੜ ਜਾਓ ਕਹਿ ਕੇ ਆਇਆ ਹਾਂ। ਇਹ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਵਾਹ ਬਾਬਾ ਤੇਰੀਆਂ ਤੂੰ ਹੀ ਜਾਣੇ। ਅੱਜ ਕੰਗਣਪੁਰ ਦੇ ਵਿੱਚ ਸ਼ਾਨਦਾਰ ਗੁਰਦੁਆਰਾ ਮਾਲ ਸਾਹਿਬ ਸੁਸ਼ੋਭਿਤ ਹੈ ਅਤੇ ਨਗਰ ਵੀ ਭਰਪੂਰ ਵਸਦਾ ਹੈ ਤੇ ਪਿੰਡ ਮਾਣਕ ਦੇਕੇ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਹੈ, ਜਿਸ ਦੀ ਸੋਹਣੀ ਪੱਕੀ ਇਮਾਰਤ ਬਣੀ ਹੋਈ ਹੈ, ਪਰ ਬਾਕੀ ਸਾਰਾ ਨਗਰ ਕੱਚਾ ਹੈ। ਭਾਈ ਮਰਦਾਨਾ ਜੀ ਦੇ ਮਰਦਾਨਾ ਨਾਮ ਪਿੱਛੇ ਦਾ ਇਤਿਹਾਸ। ਪਿੰਡ ਰਾਏ ਭੋਜ ਦੀ ਤਲਵੰਡੀ ਤੇ ਮੁਸਲਮਾਨ ਵਸਨੀਕ ਮੀਰ ਬਦਰੇ ਤੇ ਮਾਈ ਲੱਖੋਂ ਨੂੰ ਖੁਦਾ ਔਲਾਦ ਤਾਂ ਬਖਸ਼ਦਾ, ਪਰ ਕੁਝ ਸਮੇਂ ਬਾਅਦ ਔਲਾਦ ਪੂਰੀ ਹੋ ਜਾਂਦੀ। ਫਿਰ ਜਦੋਂ 7ਵੀਂ ਔਲਾਦ ਹੋਈ ਤੇ ਕੁਝ ਦਿਨ ਠੀਕ ਰਹੀ। ਇਹ ਸੋਚ ਕੇ ਕਿਸ ਨੇ ਵੀ ਮਾਰੀ ਜਾਣਾ ਹੈ, ਮਾਈ ਲੱਖੋਂ ਨੇ ਉਸ ਦਾ ਨਾਮ ਮਰ ਜਾਣਾ ਰੱਖ ਦਿੱਤਾ। ਮਰ ਜਾਣੇ ਨੂੰ ਸੰਗੀਤ ਗੁੜਤੀ ਵਿੱਚ ਮਿਲਿਆ ਸੀ। ਉਹ ਆਪਣੇ ਪਿਤਾ ਬਦਰੇ ਨਾਲ ਵਿਆਹ ਸ਼ਾਦੀਆਂ ਵਿੱਚ ਗਾਉਣ ਵਜਾਉਣ ਦਾ ਕੰਮ ਕਰਦਾ। ਇੱਕੋ ਪਿੰਡ ਦੇ ਵਸਨੀਕ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਆਪਸ ਵਿੱਚ ਪੱਕੇ ਯਾਰ ਸਨ। ਇੱਕ ਦਿਨ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਰ ਜਾਣੇ ਦੇ ਨਾਮ ਪਿੱਛੇ ਦੀ ਵਜ੍ਹਾ ਪਤਾ ਲੱਗੀ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਨਾ ਭਾਈ ਤੂੰ ਮਰ ਜਾਣਾ ਨਹੀਂ, ਸਗੋਂ ਕਦੀ ਵੀ ਨਾ ਮਰਨ ਵਾਲਾ ਮਰਦਾ ਨਾ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਅਟਲ ਹੋਏ। 4 ਉਦਾਸੀਆਂ ਦੌਰਾਨ ਭਾਈ ਮਰਦਾਨਾ ਜੀ ਨੇ 40 ਸਾਲ ਤੋਂ ਵੀ ਵੱਧ ਦਾ ਸਮਾਂ ਗੁਰੂ ਨਾਨਕ ਦੇਵ ਜੀ ਦਾ ਅਣਥੱਕਵਾਂ ਸਾਥ ਦਿੱਤਾ। ਗੁਰੂ ਨਾਨਕ ਸਾਹਿਬ ਦੀ ਜਦੋਂ ਵੀ ਲੋਅ ਲੱਗਦੀ ਉਹੀ ਕਹਿੰਦੇ, ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਆਪਣੇ ਜਿਗਰ ਦੇ ਟੋਟੇ ਨੂੰ ਮਰ ਜਾਣਾ ਕਹਿਣ ਵਾਲੀ ਮਾਈ ਲੱਖੋਂ ਨੂੰ ਕੀ ਪਤਾ ਸੀ ਕਿ ਤਿੰਨਾਂ ਲੋਕਾਂ ਦੇ ਗਿਆਤਾ ਗੁਰੂ ਨਾਨਕ ਦੇਵ ਜੀ ਉਸ ਦੇ ਪੁੱਤਰ ਨੂੰ ਗੁਰੂ ਘਰ ਦਾ ਪਹਿਲਾ ਕੀਰਤਨੀਆ ਬਣਾ ਕੇ ਹਮੇਸ਼ਾ ਲਈ ਅਮਰ ਕਰ ਦੇਣਗੇ। ਕੀ ਸਿਰਫ ਦਾਨ ਪੁੰਨ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ? ਗੁਰੂ ਨਾਨਕ ਸਾਹਿਬ ਜਦੋਂ ਦਿੱਲੀ ਰੁਕੇ ਹੋਏ ਸਨ ਤਾਂ ਉਹ ਦੇਖਦੇ ਹਨ ਕਿ ਕੁਝ ਫਕੀਰ ਸਿਕੰਦਰ ਲੋਧੀ ਦੀ ਬਹੁਤ ਸ਼ੋਭਾ ਕਰ ਰਹੇ ਹੁੰਦੇ ਹਨ, ਕਿਉਂਕਿ ਉਹ ਉਹਨਾਂ ਨੂੰ ਖਾਣ ਵਾਸਤੇ ਪਦਾਰਥ ਅਤੇ ਪਹਿਨਣ ਵਾਸਤੇ ਕੱਪੜੇ ਦੇ ਰਿਹਾ ਹੁੰਦਾ ਹੈ। ਇਹ ਦੇਖ ਕੇ ਭਾਈ ਮਰਦਾਨਾ ਜੀ ਇਸ ਦੇ ਬਾਰੇ ਪੁੱਛਦੇ ਹਨ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਹ ਤਾਂ ਇੱਦਾਂ ਹੈ ਜਿਵੇਂ ਸਮੁੰਦਰ ਉੱਤੇ ਪੱਥਰ ਦਾ ਬੰਨ੍ਹ ਟੁੱਟ ਜਾਣ ਤੋਂ ਬਾਅਦ ਕੋਈ ਚਿੱਕੜ ਦਾ ਬੰਨ੍ਹ ਬਣਾ ਰਿਹਾ ਹੋਵੇ। ਤਾਂ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਗੁਰੂ ਸਾਹਿਬ ਆਪ ਜੀ ਦੇ ਇਹਨਾਂ ਬਚਨਾਂ ਦਾ ਕੀ ਅਰਥ ਹੈ, ਜ਼ਰਾ ਸਪਸ਼ਟ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸਨੇ ਕਬੀਰ ਜੀ ਨੂੰ ਬਨਾਰਸ ਵਿੱਚ ਗੰਗਾ 'ਚ ਡੁਬਾਉਣ ਦੀ ਕੋਸ਼ਿਸ਼ ਕੀਤੀ ਹੈ, ਇਸਨੇ ਸਦਨਾ ਜੀ ਨੂੰ ਬੁਰਜ ਵਿੱਚ ਕੈਦ ਕਰ ਦਿੱਤਾ ਹੈ, ਇਸਨੇ ਮਥੁਰਾ ਵਿੱਚ ਬਹੁਤ ਸਾਰੀਆਂ ਧਾਰਮਿਕ ਇਮਾਰਤਾਂ ਦੀ ਬੇਅਦਬੀ ਕੀਤੀ ਹੈ, ਉਹਨਾਂ ਨੂੰ ਢਾਇਆ ਹੈ, ਸਿਰਫ ਇਸ ਕਰਕੇ ਕਿਉਂਕਿ ਉਹ ਗੈਰ ਮੁਸਲਿਮ ਸਨ। ਸਿਕੰਦਰ ਲੋਧੀ ਨਹੀਂ ਸਮਝਦਾ ਕਿ ਸਾਰੇ ਇਨਸਾਨ ਇੱਕ ਪਰਮਾਤਮਾ ਦੀ ਅੰਸ਼ ਹਨ। ਉਹ ਲੋਕਾਂ ਉੱਪਰ ਧਰਮ ਦੇ ਨਾਂ ਤੇ ਜ਼ੁਲਮ ਕਰਦਾ ਹੈ। ਇੰਨਾ ਸਭ ਕੁਝ ਕਰਨ ਦੇ ਬਾਵਜੂਦ ਉਹ ਥੋੜਾ ਜਿਹਾ ਦਾਨ ਪੁੰਨ ਕਰਕੇ ਇੱਦਾਂ ਸਮਝਦਾ ਹੈ ਕਿ ਉਹ ਪਰਮਾਤਮਾ ਨੂੰ ਜਾਂ ਉਸ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਲਵੇਗਾ, ਜੋ ਕਿ ਇਸ ਦਾ ਬਹੁਤ ਵੱਡਾ ਵਹਿਮ ਹੈ। ਗੁਰਦੁਆਰਾ ਮਜਨੂ ਕਾ ਟਿੱਲਾ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਜਦੋਂ ਕਰਨਾਲ ਤੋਂ ਦਿੱਲੀ ਪਹੁੰਚੇ ਤਾਂ ਇੱਕ ਉੱਚੇ ਟਿੱਲੇ ਉੱਪਰ ਜਾ ਕੇ ਬੈਠ ਗਏ, ਜਿੱਥੇ ਇਰਾਨੀ ਸੂਫੀ ਅਬਦੁੱਲਾ ਰਹਿੰਦਾ ਸੀ। ਉਹ ਖੁਦਾ ਦੀ ਯਾਦ ਵਿੱਚ ਚਲੀਏ ਕਰ ਕਰਕੇ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਲੋਕ ਉਸ ਨੂੰ ਮਜਨੂ ਕਹਿਣ ਲੱਗ ਪਏ ਸਨ। ਟਿੱਲੇ ਉੱਪਰ ਬੈਠ ਕੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਗਾਉਣਾ ਸ਼ੁਰੂ ਕੀਤਾ। ਕੰਨੀ ਆਵਾਜ਼ ਪੈਣ ਤੇ ਮਜਨੂ ਗੁਰੂ ਨਾਨਕ ਸਾਹਿਬ ਕੋਲ ਪਹੁੰਚਿਆ ਅਤੇ ਕਹਿਣ ਲੱਗਾ ਕਿ ਮੈਂ ਚਲੀਏ ਕਰ ਕਰਕੇ ਹੰਭ ਗਿਆ ਹਾਂ, ਪਰ ਪਰਮਾਤਮਾ ਤੋਂ ਪਈ ਵਿੱਥ ਮਿਟ ਨਹੀਂ ਰਹੀ, ਆਪ ਜੀ ਮਾਰਗ ਦਿਖਾਓ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਧਾਰਨ ਕਰੋ ਜੋ ਤੁਹਾਨੂੰ ਪਰਮਾਤਮਾ ਤੱਕ ਲੈ ਕੇ ਜਾਏਗਾ, ਤੇ ਜਦੋਂ ਤੱਕ ਤੁਹਾਡਾ ਗੁਰੂ ਤੁਹਾਨੂੰ ਪਰਮਾਤਮਾ ਨਾਲ ਨਾ ਮਿਲਾ ਦੇਵੇ ਉਸ ਦਾ ਦਰ ਨਾ ਛੱਡਿਓ। ਮਜਨੂ ਗੁਰੂ ਨਾਨਕ ਸਾਹਿਬ ਦੇ ਚਰਨੀ ਡਿੱਗ ਪੈਂਦਾ ਹੈ ਤੇ ਕਹਿੰਦਾ ਹੈ ਕਿ ਆਪ ਹੀ ਮੇਰੇ ਗੁਰੂ ਹੋ, ਆਪ ਮੈਨੂੰ ਖੁਦਾ ਨਾਲ ਮਿਲਾ ਦਿਓ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਨਿਰਸਵਾਰਥ ਹੋ ਕੇ ਲੋਕਾਂ ਦੀ ਸੇਵਾ ਕਰਨੀ ਆਰੰਭ ਕਰ, ਉਹ ਜ਼ਰੂਰ ਭਲੀ ਕਰੇਗਾ। ਇਸ ਤੋਂ ਬਾਅਦ ਮਜਨੂ ਲੋਕਾਂ ਨੂੰ ਯਮੁਨਾ ਪਾਰ ਕਰਾਉਣ ਦੀ ਸੇਵਾ ਆਰੰਭ ਕਰ ਦਿੰਦਾ ਹੈ। ਅੱਗੇ ਚੱਲ ਕੇ 1783 ਵਿੱਚ ਇਸ ਜਗ੍ਹਾ ਉੱਤੇ 6ਵੀਂ ਪਾਤਸ਼ਾਹੀ ਅਤੇ 7ਵੀਂ ਪਾਤਸ਼ਾਹੀ ਨੇ ਵੀ ਚਰਨ ਪਾਏ। ਜਦੋਂ ਸਿੱਖਾਂ ਨੇ ਦਿੱਲੀ ਜਿੱਤੀ ਤਾਂ ਬਾਬਾ ਬਘੇਲ ਸਿੰਘ ਜੀ ਨੇ ਇਸ ਸਥਾਨ ਉੱਤੇ ਗੁਰਦੁਆਰਾ ਮਜਨੂ ਕਾ ਟਿੱਲਾ ਬਣਵਾਇਆ। ਗੁਰੂ ਸਾਹਿਬ ਆਪਣੀ ਪਹਿਲੀ ਉਦਾਸੀ ਦੌਰਾਨ ਦੀਪਾਲਪੁਰ ਪਹੁੰਚੇ। ਇੱਥੇ ਪਹੁੰਚ ਕੇ ਆਪ ਇੱਕ ਝੁੱਗੀ 'ਚ ਦਾਖਲ ਹੋਏ ਜਿੱਥੇ ਨੂਰਾ ਕੋੜੀ ਰਹਿੰਦਾ ਸੀ। ਨੂਰਾ ਕੋੜੀ ਗੁਰੂ ਸਾਹਿਬ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਪੁੱਛਣ ਲੱਗਾ ਕਿ ਮੇਰੀ ਬਦਸੂਰਤੀ ਕਰਕੇ, ਮੇਰੇ ਜ਼ਖਮਾਂ ਤੋਂ ਆਉਂਦੀ ਬਦਬੂ ਕਰਕੇ ਜਾਨਵਰ ਵੀ ਮੇਰੇ ਕੋਲ ਨਹੀਂ ਆਉਂਦੇ, ਫਿਰ ਆਪ ਕੌਣ ਹੋ ਜੋ ਮੇਰੇ ਕੋਲ ਆ ਕੇ ਬੈਠ ਗਏ? ਭਾਈ ਮਰਦਾਨਾ ਜੀ ਨੇ ਨੂਰੇ ਕੋੜੀ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਅਤੇ ਉਸਦੇ ਕੋੜ ਦੀ ਵਜ੍ਹਾ ਪੁੱਛੀ ਤਾਂ ਨੂਰਾ ਕੋੜੀ ਕਹਿਣ ਲੱਗਾ ਕਿ ਕਿਸੇ ਸਮੇਂ ਮੈਂ ਦੀਪਾਲਪੁਰ ਦਾ ਜ਼ਿਮੀਂਦਾਰ ਹੋਇਆ ਕਰਦਾ ਸੀ। ਮੈਂ ਦੌਲਤ ਦੇ ਹੰਕਾਰ ਵਿੱਚ ਆ ਕੇ ਭੋਗ ਵਿਲਾਸ ਵਿੱਚ ਪੈ ਗਿਆ। ਮੈਂ ਬਹੁਤ ਸਾਰੀਆਂ ਔਰਤਾਂ ਨਾਲ ਦੁਰਵਿਵਹਾਰ ਕੀਤਾ ਹੈ, ਜਿਨ੍ਹਾਂ ਦੇ ਸ਼ਰਾਪ ਵਜੋਂ ਅੱਜ ਮੈਨੂੰ ਕੋੜ ਪੈ ਗਿਆ ਹੈ, ਜਿਸ ਦੇ ਲਈ ਮੈਂ ਬਹੁਤ ਪਛਤਾ ਰਿਹਾ ਹਾਂ। ਗੁਰੂ ਸਾਹਿਬ ਨੇ ਨੂਰੇ ਕੋੜੀ ਦੇ ਮਲਮ ਪੱਟੀ ਕੀਤਾ ਅਤੇ ਕੁਝ ਸਮਾਂ ਉੱਥੇ ਠਹਿਰੇ ਰਹੇ ਅਤੇ ਬਾਣੀ ਉਚਾਰਨ ਕਰਦੇ ਰਹੇ। ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਨੂਰੇ ਕੋੜੀ ਦਾ ਕੋੜ ਠੀਕ ਕੀਤਾ, ਅੱਜ ਉਸ ਜਗ੍ਹਾ ਤੇ ਗੁਰਦੁਆਰਾ ਛੋਟਾ ਨਨਕਾਣਾ ਸਾਹਿਬ ਹੈ। ਇਸੇ ਹੀ ਜਗ੍ਹਾ ਤੇ ਗੁਰੂ ਸਾਹਿਬ ਨੇ ਇੱਕ ਸੁੱਕੇ ਪਿੱਪਲ ਥੱਲੇ ਬੈਠ ਕੇ ਉਸ ਨੂੰ ਹਰਿਆ ਕੀਤਾ ਸੀ, ਜੋ ਪਿੱਪਲ ਅੱਜ ਵੀ ਮੌਜੂਦ ਹੈ। ਭਾਈ ਲਹਿਣਾ ਜੀ ਦੀ ਪਰਖ। ਗੁਰੂ ਨਾਨਕ ਸਾਹਿਬ ਨੇ 7 ਸਾਲਾਂ ਵਿੱਚ 21 ਵਾਰ ਪ੍ਰੀਖਿਆ ਲਈ ਭਾਈ ਲਹਿਣਾ ਜੀ ਦੀ। ਇੱਕ ਵਾਰ ਗੁਰੂ ਨਾਨਕ ਸਾਹਿਬ ਪ੍ਰੀਖਿਆ ਲੈਂਦੇ ਕਹਿਣ ਲੱਗੇ ਕਿ ਲਹਿਣਿਆ ਮੈਨੂੰ ਇਹ ਚਾਦਰਾਂ ਮੈਲੀਆਂ ਲੱਗ ਰਹੀਆਂ ਨੇ, ਜਾਓ ਅਤੇ ਜਾ ਕੇ ਧੋ ਲਿਆਓ। ਭਾਈ ਲਹਿਣਾ ਜੀ 7 ਵਚਨ ਕਹਿ ਕੇ ਚਾਦਰਾਂ ਧੋਣ ਲਈ ਚਲੇ ਗਏ। ਜਦੋਂ ਚਾਦਰਾਂ ਧੋ ਕੇ ਵਾਪਸ ਆਏ ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਲਹਿਣਿਆ ਇਹ ਚਾਦਰਾਂ ਤਾਂ ਕੱਲ੍ਹ ਹੀ ਧੋਤੀਆਂ ਸਨ, ਤੂੰ ਇਹਨਾਂ ਨੂੰ ਵਾਪਸ ਧੋਣ ਲਈ ਕਿਉਂ ਚਲਾ ਗਿਆ? ਲਾਗੇ ਹੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਸੁਣਿਆ ਤਾਂ ਵੀ ਕਹਿਣ ਲੱਗੇ ਕਿ ਲਹਿਣਿਆ ਜੇ ਚਾਦਰਾਂ ਧੋਤੀਆਂ ਸਨ ਤਾਂ ਤੂੰ ਸਾਨੂੰ ਪਹਿਲਾਂ ਹੀ ਕਹਿ ਦਿੰਦਾ, ਅਸੀਂ ਤੈਨੂੰ ਨਾ ਭੇਜਦੇ।
ਤਾਂ ਭਾਈ ਲਹਿਣਾ ਜੀ ਨਿਮਰਤਾ ਵਿੱਚ ਆ ਕੇ ਕਹਿਣ ਲੱਗੇ ਕਿ ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਮੈਲੀਆਂ ਹੋਣ ਮੈਂ ਕਿਵੇਂ ਕਹਿ ਦਿਆਂ ਕਿ ਉਹ ਧੋਤੀਆਂ ਹਨ। ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਦੇ ਇਸ ਜਵਾਬ ਤੋਂ ਬਹੁਤ ਪ੍ਰਸੰਨ ਹੋਏ। ਗੁਰੂ ਸਾਹਿਬ ਨੇ ਉੱਠ ਕੇ ਭਾਈ ਲਹਿਣਾ ਜੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਭਾਈ ਲਹਿਣਾ ਜੀ ਹੀ ਅੱਗੇ ਚੱਲ ਕੇ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਬਣੇ।